ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਜਦ ਵੀ ਪਹਿਰ ਦਿਨ ਚੜ੍ਹ ਜਾਂਦਾ ਸੀ ਤਾਂ ਸਾਰੇ ਸਿੱਖ ਇਕੱਠੇ ਹੋ ਕੇ ਮਿਲਦੇ ਸਨ ਅਤੇ ਗੁਰੂ ਜੀ ਦੇ ਹੈਰਾਨੀ ਭਰੇ ਚਰਿੱਤਰਾਂ ਬਾਰੇ ਸੋਚਦੇ ਸਨ। ਇੱਕ ਦਿਨ ਇਸ ਤਰ੍ਹਾਂ ਬੈਠੇ ਸਨ, ਇੱਕ ਸਾਧ ਚੱਲ ਕੇ ਆਇਆ ਅਤੇ ਉਹ ਸਿੰਘਾਂ ਨੂੰ ਵੇਖ ਕੇ ਬੋਲਿਆ, ਤੁਸੀਂ ਕਿਉਂ ਇੱਥੇ ਮਿਲ ਕੇ ਸਾਰੇ ਇਕੱਠੇ ਬੈਠੇ ਹੋ? ਦੁੱਖ ਅਤੇ ਚਿੰਤਾ ਧਾਰ ਕੇ ਮੂੰਹ ਬੰਦ ਕਰਕੇ ਚੁੱਪ ਕਿਉਂ ਬੈਠੇ ਹੋ? ਇਹ ਸੁਣ ਕੇ ਸਿੰਘਾਂ ਨੇ ਵੱਡੀ ਘਟਨਾ ਨੂੰ ਕਹਿ ਕੇ ਸੁਣਾਇਆ, ਸਾਡੇ ਸਤਿਗੁਰੂ ਜੀ ਸੱਚਖੰਡ ਚਲੇ ਗਏ ਹਨ। ਸਾਰੀ ਸੈਨਾ ਹੁਣ ਸੈਨਾਪਤੀ ਰਹਿਤ ਦੀਨ ਹੋ ਗਈ ਹੈ। ਚੰਦ ਬਗੈਰ ਜਿਵੇਂ ਰਾਤ ਮੈਲੀ ਹੋ ਜਾਂਦੀ ਹੈ, ਜਿਵੇਂ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਚਲੇ ਗਏ ਸਨ ਅਤੇ ਪਿੱਛੇ ਗੋਪੀਆਂ ਵਿਲਕਦੀਆਂ ਰਹਿ ਗਈਆਂ ਸਨ, ਜਿਵੇਂ ਸ਼੍ਰੀ ਰਾਮਚੰਦਰ ਜੀ ਜੰਗਲ ਵਿੱਚ ਚਲੇ ਗਏ ਸਨ ਅਤੇ ਅਯੋਧਿਆ ਦੇ ਮਨੁੱਖ ਬਹੁਤ ਦੁਖੀ ਹੋ ਗਏ ਸਨ, ਉਸ ਪ੍ਰਕਾਰ ਸਤਿਗੁਰੂ ਜੀ ਤੋਂ ਬਗੈਰ ਸਿੰਘ ਹੋ ਗਏ ਹਨ ਅਤੇ ਹਿਰਦੇ ਵਿੱਚ ਵੱਡਾ ਦੁੱਖ ਪਾ ਰਹੇ ਹਨ। ਸਾਧ ਸੰਗਤ ਜੀ, ਭਾਵੇਂ ਸੱਚੇ ਪਾਤਸ਼ਾਹ ਸਿੱਖਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਗਏ ਸਨ, ਪਰ ਫਿਰ ਵੀ ਸਿੱਖਾਂ ਦਾ ਗੁਰੂ ਜੀ ਦੇ ਨਾਲ ਅਤਿਅੰਤ ਪ੍ਰੇਮ ਸੀ ਅਤੇ ਸ਼ਰਧਾ ਸੀ, ਇਸ ਲਈ ਗੁਰੂ ਜੀ ਬਾਰੇ ਸੋਚ ਕੇ ਦੁਖੀ ਹੁੰਦੇ ਸਨ। ਇਹ ਸੁਣ ਕੇ ਸਾਧ ਬੋਲਿਆ, ਮੈਂ ਜੰਗਲ ਵਿੱਚ ਰਾਹੇ ਰਾਹ ਜਾ ਰਿਹਾ ਸੀ, ਉੱਥੇ ਮੈਂ ਕੀ ਵੇਖਿਆ ਕਿ ਗੁਰੂ ਜੀ ਮੇਰੇ ਅੱਗੇ ਅੱਗੇ ਜਾ ਰਹੇ ਸਨ। ਮੈਂ ਹੱਥ ਜੋੜ ਕੇ ਚਰਨਾਂ ਉੱਪਰ ਬੰਦਨਾ ਕੀਤੀ ਤਾਂ ਗੁਰੂ ਜੀ ਮੁਸਕਰਾਉਂਦੇ ਹੋਏ ਉਸ ਸਮੇਂ ਬੋਲੇ, ਆਓ ਸੰਤ ਜੀ ਸਾਡੇ ਦਰਸ਼ਨ ਕਰੋ। ਹਰੀ ਦੇ ਪਿਆਰਿਆਂ ਨੂੰ ਮਿਲ ਕੇ ਬੜਾ ਆਨੰਦ ਮਿਲਦਾ ਹੈ। ਤੁਹਾਡਾ ਇਹ ਅੰਤ ਸਮੇਂ ਦਾ ਮੇਲ ਹੈ ਜਿੱਥੇ ਸੰਜੋਗ ਵਿਜੋਗ ਦੀ ਵਿਚਾਰ ਹੁੰਦੀ ਹੈ। ਮੈਂ ਇਹ ਸੁਣ ਕੇ ਹੱਥ ਜੋੜ ਕੇ ਪੁੱਛਿਆ, ਆਪ ਜੀ ਕਿਸ ਪਾਸੇ ਜਾ ਰਹੇ ਹੋ? ਤੁਹਾਡੇ ਨਾਲ ਕੋਈ ਵੀ ਸੇਵਕ ਨਹੀਂ ਹੈ ਪ੍ਰਭੂ ਜੀ, ਤੁਸੀਂ ਇਕੱਲੇ ਕਿੱਥੇ ਜਾ ਰਹੇ ਹੋ? ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਕੇ ਬੋਲੇ, ਅਸੀਂ ਸ਼ਿਕਾਰ ਖੇਡਣ ਵਾਸਤੇ ਜੰਗਲ ਨੂੰ ਜਾ ਰਹੇ ਹਾਂ। ਸੈਰ ਕਰਾਂਗੇ ਜਿੱਥੋਂ ਤੱਕ ਮਨ ਭਾਉਂਦਾ ਹੈ, ਜਿੱਥੇ ਕਿੱਥੇ ਫਿਰਨ ਨਾਲ ਆਨੰਦ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਕਹਿ ਕੇ ਸਤਿਗੁਰੂ ਜੀ ਅੱਗੇ ਚਲੇ ਗਏ। ਕੁਮੈਤ ਨਾਮ ਦੇ ਘੋੜੇ ਉੱਪਰ ਸ਼ਸਤਰ ਧਾਰ ਕੇ ਬੈਠੇ ਸਨ। ਹੁਣੇ ਹੀ ਮੈਂ ਵੇਖ ਕੇ ਚੱਲ ਕੇ ਆਇਆ ਹਾਂ, ਤੁਹਾਨੂੰ ਅਚਾਨਕ ਹੀ ਆ ਕੇ ਸੁਣਾ ਦਿੱਤਾ ਹੈ। ਜੇ ਉਹ ਸੱਚਖੰਡ ਚਲੇ ਗਏ ਹੁੰਦੇ ਤਾਂ ਮੈਂ ਉਹਨਾਂ ਦੇ ਕਿਵੇਂ ਦਰਸ਼ਨ ਕਰ ਲੈਂਦਾ? ਰਾਹੇ ਰਾਹ ਜਾਂਦੇ ਭਲੀ ਪ੍ਰਕਾਰ ਵੇਖੇ ਹਨ, ਸੱਚਖੰਡ ਵਿੱਚ ਕਿਵੇਂ ਚਲੇ ਗਏ ਹਨ? ਮੇਰਾ ਇਹ ਸ਼ੰਕਾ ਹੈ। ਗੁਰੂ ਜੀ ਦੇ ਇਸ ਪ੍ਰਕਾਰ ਦੇ ਅਦਭੁਤ ਚਰਿੱਤਰ ਹਨ। ਕਹਿ ਸੁਣ ਕੇ ਸਾਰੇ ਹੈਰਾਨ ਹੋ ਕੇ ਬੈਠੇ ਸਨ। ਸਾਰਿਆਂ ਨੇ ਮਿਲ ਕੇ ਇਹ ਨਿਸ਼ਚਾ ਠਹਿਰਾਇਆ, ਗੁਰੂ ਜੀ ਇੱਕ ਸਮਾਨ ਸਭ ਵਿੱਚ ਸਮਾਏ ਹੋਏ ਹਨ। ਜਿੱਥੇ ਵੀ ਯਾਦ ਕਰਦੇ ਹਨ ਉੱਥੇ ਹਾਜ਼ਰ ਹੁੰਦੇ ਹਨ। ਸਾਰੇ ਸਿੱਖਾਂ ਦੀ ਸ਼ਰਧਾ ਵੇਖਦੇ ਹਨ। ਉਹਨਾਂ ਨੂੰ ਜਨਮ ਮਰਨ ਕੁਝ ਵੀ ਪ੍ਰਾਪਤ ਨਹੀਂ ਹੈ। ਸੁਤੇ ਸਿੱਧ ਹੀ ਤਨ ਧਾਰਦੇ ਹਨ ਅਤੇ ਲੀਨ ਹੋ ਜਾਂਦੇ ਹਨ। ਸੰਤਾਂ ਦੀ ਸਹਾਇਤਾ ਕਰਨ ਵਾਸਤੇ, ਦੁਸ਼ਟਾਂ ਮਨੁੱਖਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ, ਇਸ ਜਗਤ ਵਿੱਚ ਸ਼ੁਭ ਮਾਰਗ ਦਾ ਵਿਸਥਾਰ ਕਰਨ ਵਾਸਤੇ ਅਤੇ ਕੁਕਰਮ ਕਰਨ ਵਾਲਿਆਂ ਦਾ ਨਾਸ਼ ਕਰਨ ਵਾਸਤੇ ਆਉਂਦੇ ਹਨ। ਆਪਣੇ ਭਗਤਾਂ ਦਾ ਜਗਤ ਵਿੱਚ ਉਧਾਰ ਕਰਨ ਵਾਸਤੇ, ਧਰਤੀ ਦੇ ਭਾਰ ਅਤੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਆਉਂਦੇ ਹਨ। ਹਰੀ ਦੇ ਸੰਤਾਂ ਦੇ ਧਰੋਹੀਆਂ ਨੂੰ ਬਹੁਤ ਮਾਰਨ ਵਾਸਤੇ ਅਤੇ ਸਤਿਨਾਮ ਦਾ ਸਿਮਰਨ ਕਰਾਉਣ ਵਾਸਤੇ ਧਰਤੀ 'ਤੇ ਆਉਂਦੇ ਹਨ। ਧੰਨ ਸਤਿਗੁਰੂ ਜੀ ਹਨ, ਹਰ ਪ੍ਰਕਾਰ ਕਾਰਨ ਹਨ। ਉਹਨਾਂ ਦੇ ਬਰਾਬਰ ਕੋਈ ਤਾਰਨ ਵਾਲਾ ਨਹੀਂ ਹੈ। ਉਹਨਾਂ ਦੇ ਅਦਭੁਤ ਚਰਿੱਤਰ ਜਾਣੇ ਨਹੀਂ ਜਾ ਸਕਦੇ ਹਨ। ਸ਼ੇਸ਼ ਗਣੇਸ਼ ਉਸ ਦਾ ਪਾਰ ਨਹੀਂ ਪਾ ਸਕਦੇ। ਜੋਗੀਆਂ ਦੇ ਉਹ ਧਿਆਨ ਵਿੱਚ ਵਸਦੇ ਹਨ। ਦੇਵਤੇ, ਮਨੁੱਖ, ਮੁਨੀ ਜਨ ਉਹਨਾਂ ਦੀ ਸੇਵਾ ਕਰਦੇ ਹਨ। ਕਿਸੇ ਕਾਰਨ ਕਰਕੇ ਸਰੀਰ ਧਾਰਨ ਕਰਦੇ ਹਨ। ਸਭ ਕੁਝ ਕਰਕੇ ਫਿਰ ਸੱਚਖੰਡ ਚਲੇ ਜਾਂਦੇ ਹਨ। ਉਹਨਾਂ ਵਾਸਤੇ ਕਿਸੇ ਪ੍ਰਕਾਰ ਦਾ ਦੁੱਖ ਮਨਾਉਣਾ ਨਹੀਂ ਬਣਦਾ ਹੈ। ਵੇਦ ਪੁਰਾਣ ਜਿਵੇਂ ਉਹਨਾਂ ਦਾ ਜਸ ਕਰਦੇ ਹਨ, ਉਹ ਸਾਰਿਆਂ ਵਿੱਚ ਰਹਿ ਕੇ ਵੀ ਸਾਰਿਆਂ ਤੋਂ ਵੱਖਰੇ ਰਹਿੰਦੇ ਹਨ। ਭੋਗਾਂ ਨੂੰ ਭੋਗਦੇ ਹੋਏ ਵੀ ਲਿਪਾਏਮਾਨ ਨਹੀਂ ਹੁੰਦੇ। ਇਸ ਕਰਕੇ ਗੁਰੂ ਜੀ ਦੀ ਕਥਾ ਅਕੱਥ ਹੈ। ਜੇ ਬੁੱਧੀ ਵੱਡੀ ਵੀ ਧਾਰਨ ਕਰ ਲਵੇ
ਤਦ ਵੀ ਉਹ ਹਾਰ ਜਾਂਦੀ ਹੈ। ਇਸ ਪ੍ਰਕਾਰ ਆਪਸ ਵਿੱਚ ਚਰਚਾ ਕਰਕੇ ਕਹਿੰਦੇ ਸਨ, ਗੁਰੂ ਜੀ ਵਾਸਤੇ ਦੁੱਖ ਪ੍ਰਗਟ ਕਰਨਾ ਨਹੀਂ ਬਣਦਾ। ਇਸ਼ਨਾਨ ਕਰਕੇ ਫਿਰ ਦਸਤਾਰਾਂ ਬੰਨੀਆਂ, ਫਿਰ ਸਾਰੇ ਗੁਰੂ ਦਰਬਾਰ ਵਿੱਚ ਜਾ ਕੇ ਮਿਲੇ। ਪਹਿਲਾਂ ਸਤਿਗੁਰੂ ਜੀ ਨੂੰ ਭੋਗ ਲਵਾਇਆ, ਫਿਰ ਸਾਰਿਆਂ ਨੂੰ ਲੰਗਰ ਵਰਤਾਇਆ। ਭੋਜਨ ਛਕ ਕੇ ਹੱਥ ਜੋੜ ਕੇ ਨਮਸਕਾਰਾਂ ਕੀਤੀਆਂ। ਫਿਰ ਕਨਾਤ ਦੇ ਚਾਰੇ ਪਾਸੇ ਬੈਠ ਗਏ। ਕਈ ਸਿੰਘ ਗੁਰਬਾਣੀ ਪੜ੍ਹਦੇ ਸਨ, ਕਈ ਆਨੰਦ ਵਿੱਚ ਭਿੱਜੇ ਗੁਰਬਾਣੀ ਸੁਣ ਰਹੇ ਸਨ। ਰਾਤ ਨੂੰ ਬਹੁਤ ਥੋੜ੍ਹੀ ਦੇਰ ਸੁੱਤੇ। ਉੱਥੇ ਸਾਰਿਆਂ ਨੇ ਸ਼ਬਦ ਕੀਰਤਨ ਦਾ ਉਚਾਰਨ ਕੀਤਾ। ਸਵੇਰ ਹੋਣ 'ਤੇ ਸਾਰਿਆਂ ਨੇ ਇਸ਼ਨਾਨ ਕੀਤਾ ਤੇ ਫਿਰ ਸਾਰੇ ਗੁਰੂ ਜੀ ਵਾਲੇ ਸਥਾਨ 'ਤੇ ਮਿਲ ਪਏ। ਪਹਿਲੀ ਕਨਾਤ ਖੋਲ੍ਹ ਕੇ ਹਟਾ ਦਿੱਤੀ, ਚਿਤਾ ਦੀ ਭਸਮ ਇੱਕ ਥਾਂ ਕਰ ਦਿੱਤੀ। ਉੱਥੇ ਇੱਕ ਵੀ ਹਥਿਆਰ ਨਾ ਪਾਇਆ। ਸਾਰੇ ਵੇਖ ਕੇ ਬਹੁਤ ਹੈਰਾਨ ਹੋਏ। ਕੋਈ ਅਸਥੀ ਉੱਥੇ ਲੇਸ਼ ਮਾਤਰ ਵੀ ਨਹੀਂ ਸੀ। ਲੱਕੜਾਂ ਦੀ ਭਸਮ ਹੀ ਪਈ ਵੇਖੀ। ਗੁਰੂ ਜੀ ਸਰੀਰ ਸਹਿਤ ਹੀ ਚਲੇ ਗਏ ਸਨ। ਰਾਹ ਵਿੱਚ ਜਾਂਦੇ ਵੇਖਣ ਵਾਲਿਆਂ ਨੂੰ ਠੀਕ ਜਾਣਿਆ। ਧੰਨ ਗੁਰੂ ਜੀ, ਤੁਹਾਡੀ ਗਤੀ ਨਿਆਰੀ ਹੈ। ਨਿਰਣਾ ਕਰ ਕਰ ਸਭ ਨੇ ਉਚਾਰਨ ਕੀਤਾ। ਸਾਰੀ ਸਵਾਹ ਇਕੱਠੀ ਕਰ ਲਈ ਤੇ ਉਸ ਸਥਾਨ ਉੱਪਰ ਇੱਕ ਸਿੰਘਾਸਣ ਬਣਾ ਦਿੱਤਾ। ਉਸ ਸਥਾਨ ਦੇ ਜਿਹੜਾ ਦਰਸ਼ਨ ਕਰਦਾ ਹੈ, ਉਸ ਦੇ ਜਨਮਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ। ਉਹ ਬਹੁਤ ਪੁੰਨਾਂ ਨੂੰ ਪ੍ਰਾਪਤ ਹੁੰਦਾ ਹੈ ਤੇ ਜਿਹੜੀ ਵੀ ਕਾਮਨਾ ਧਾਰਨ ਕਰਦਾ ਹੈ, ਉਹ ਪੂਰੀ ਹੁੰਦੀ ਹੈ। ਸੁੰਦਰ ਗੋਦਾਵਰੀ, ਜਿਸ ਦਾ ਮੈਲ ਰਹਿਤ ਜਲ ਚੱਲਦਾ ਹੈ, ਉਸ ਦੇ ਕਿਨਾਰੇ ਨੇ ਗੰਗਾ ਸਮਾਨ ਛਵੀ ਪਾਈ ਹੈ। ਚੰਗੇ ਚੰਗੇ ਦਰਖਤ ਖੜ੍ਹੇ ਹਨ, ਉਹਨਾਂ ਨੂੰ ਹਰੇ ਹਰੇ ਪੱਤੇ ਜੜੇ ਹਨ। ਬਿਰਛ ਕਤਾਰਾਂ ਬਣਾ ਕੇ ਖੜ੍ਹੇ ਹਨ ਤੇ ਉਹਨਾਂ ਦੀ ਸੰਘਣੀ ਛਾਂ ਛਾਈ ਹੋਈ ਹੈ। ਰੰਗ ਬਰੰਗੇ ਪੰਛੀ ਬੋਲਦੇ ਹਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਉੱਚਾ ਸਿੰਘਾਸਨ ਸ਼ੋਭਾ ਪਾ ਰਿਹਾ ਹੈ। ਜਿਹੜਾ ਵੀ ਉਸ ਸਥਾਨ ਦੇ ਜਾ ਕੇ ਦਰਸ਼ਨ ਕਰਦਾ ਹੈ ਤੇ ਜਿਹੜਾ ਵੀ ਮਨੋਰਥ ਧਾਰਨ ਕਰਦਾ ਹੈ, ਉਹੀ ਪ੍ਰਾਪਤ ਕਰ ਲੈਂਦਾ ਹੈ। ਇੰਜ ਭਾਈ ਸੰਤੋਖ ਸਿੰਘ ਜੀ ਕਵੀ ਸੁਣਾ ਰਹੇ ਹਨ। ਅਬਚਲ ਨਗਰ ਸਾਰੇ ਜਗਤ ਵਿੱਚ ਉਜਾਗਰ ਹੈ। ਜ਼ਾਹਰਾ ਜ਼ਹੂਰ ਹੈ, ਜਿੱਥੇ ਬਹਾਦਰ ਸੂਰਬੀਰ ਦੀ ਜੋਤ ਹੈ। ਪ੍ਰਚੰਡ ਖੰਡੇ ਹਨ, ਤਿੱਖੇ ਖੜਗ ਹਨ, ਭਾਰੀ ਧਨੁੱਖ ਧਰੇ ਹਨ। ਖੰਜਰ, ਬੰਦੂਕ ਅਤੇ ਕਈ ਛੋਟੀਆਂ ਤਲਵਾਰਾਂ ਹਨ ਤੇ ਕਿਰਪਾਨ ਅਤੇ ਤਿੱਖੇ ਤੀਰ ਹਨ। ਸ਼ਕਤੀ, ਸਰੋਹੀ, ਸੈਫ, ਸਾਂਗ, ਜਮਦਾੜ, ਚੱਕਰ, ਢਾਲੇ, ਕਈ ਭਾਲੇ, ਜਿਨ੍ਹਾਂ ਨਾਲ ਜੰਗ ਕਰਕੇ ਵੈਰੀ ਬੜੀ ਸ਼ੀਘਰਤਾ ਨਾਲ ਮਾਰੇ ਹਨ। ਚਾਰੇ ਪਾਸੇ ਚੰਡੀ ਦਾ ਘੋਰ ਰੂਪ ਚਮਕਦਾ ਹੈ। ਕਵੀ ਇਸ ਸਥਾਨ ਨੂੰ ਦੋਵੇਂ ਹੱਥ ਜੋੜ ਕੇ ਵੰਦਨਾ ਕਰਦਾ ਹੈ। ਹੁਣ ਤੱਕ ਉੱਥੇ ਜੋਤ ਬਿਰਾਜਤ ਹੈ, ਜਿਸ ਦੇ ਦਰਸ਼ਨ ਕਰਨ ਨਾਲ ਬਹੁਤ ਪਾਪ ਭੱਜ ਜਾਂਦੇ ਹਨ। ਜਿਵੇਂ ਸੋਨੇ ਨੂੰ ਕਸੌਟੀ 'ਤੇ ਲਾਈਦਾ ਹੈ, ਉਸ ਤਰ੍ਹਾਂ ਇੱਥੇ ਸਿੱਖ ਨੂੰ ਪਰਖ ਕੇ ਬਖਸ਼ ਦਿੰਦੇ ਹਨ। ਗੁਰੂ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਕਈ ਦਿਨ ਸਿੰਘ ਉੱਥੇ ਰਹੇ। ਫਿਰ ਜਿੱਥੇ ਕਿੱਥੇ ਕਿਸੇ ਨੂੰ ਆਗਿਆ ਹੋਈ ਸੀ, ਉਹ ਵੰਦਨਾ ਕਰ ਕਰ ਉੱਥੇ ਚਲੇ ਗਏ। ਉਸ ਸਥਾਨ ਵਿੱਚ ਭਾਈ ਸੰਤੋਖ ਸਿੰਘ ਰਹੇ। ਉਹ ਮਹਾਨ ਲੰਗਰ ਚਲਾਉਂਦੇ ਸਨ। ਫਿਰ ਉਸ ਦੇਸ਼ ਵਿੱਚ ਜਿਹੜੇ ਸਹਾਇਕ ਹੋਏ, ਉਹਨਾਂ ਦੀ ਕਥਾ ਇਸ ਪ੍ਰਕਾਰ ਹੈ। ਉੱਥੇ ਇੱਕ ਜਨਵਾਰਾ ਨਾਮ ਦਾ ਪਿੰਡ ਸੀ। ਉੱਥੇ ਰੁਸਤਮ ਰਾਏ ਤੇ ਬਾਲੇ ਰਾਏ ਰਹਿੰਦੇ ਸਨ। ਦੋਵੇਂ ਭਰਾ ਵੱਡੇ ਯੋਧੇ ਅਤੇ ਸੂਰਬੀਰ ਸਨ। ਉਹ ਭਲੀ ਵਿਧੀ ਨਾਲ ਕੁਝ ਕੁ ਰਾਜ ਕਰਦੇ ਸਨ। ਉਹ ਮਰਾਠਾ ਦੇਸ਼ ਨੂੰ ਨਿੱਤ ਲੁੱਟਦੇ ਸਨ। ਜਿਹੜਾ ਲੜ ਪੈਂਦਾ ਸੀ, ਉਸ ਨੂੰ ਤੁਰੰਤ ਕੁੱਟ ਲੈਂਦੇ ਸਨ। ਉਹਨਾਂ ਦੀ ਸਾਰੇ ਧਾਕ ਪੈ ਗਈ ਤੇ ਸਾਰੇ ਉਹਨਾਂ ਪਾਸੋਂ ਡਰਦੇ ਸਨ। ਕੋਈ ਉਹਨਾਂ ਅੱਗੇ ਅੜਦਾ ਨਹੀਂ ਸੀ ਤੇ ਉਹ ਬਹੁਤ ਧਨ ਲਿਆਉਂਦੇ ਸਨ। ਉਹਨਾਂ ਉੱਪਰ ਮਰਹੱਟੇ ਰਾਜੇ ਨੇ ਚੜ੍ਹਾਈ ਕੀਤੀ। ਉਹ 1 ਲੱਖ ਸੈਨਾ ਇਕੱਠੀ ਕਰਕੇ ਲਿਆਇਆ। ਉਹਨਾਂ ਨਾਲ ਬਹੁਤ ਜੰਗ ਹੋਈ। ਰਾਜੇ ਨੇ ਘੇਰ ਕੇ ਦੋਵਾਂ ਭਰਾਵਾਂ ਨੂੰ ਫੜ ਲਿਆ। ਉਹਨਾਂ ਨੂੰ ਕੈਦ ਕਰਕੇ ਪੈਰਾਂ ਵਿੱਚ ਸੰਗਲ ਮਾਰ ਦਿੱਤੇ ਤੇ ਸਤਾਰੇ ਨਾਮ ਦੇ ਸ਼ਹਿਰ ਦੇ ਕਿਲੇ ਵਿੱਚ ਕੈਦ ਕਰ ਦਿੱਤੇ, ਜਿੱਥੇ ਪੰਛੀ ਵੀ ਨਹੀਂ ਸੀ ਜਾ ਸਕਦਾ। ਮਨੁੱਖ ਵਿਚਾਰੇ ਨੇ ਤਾਂ ਉੱਥੇ ਕਿਵੇਂ ਜਾ ਸਕਣਾ ਸੀ। ਉਹਨਾਂ ਦੋਵਾਂ ਭਰਾਵਾਂ ਨੇ ਬਹੁਤ ਦੇਵਤੇ, ਸੰਤ ਅਤੇ ਪੀਰ ਮਨਾਏ, ਪਰ ਕੋਈ ਵੀ ਉਹਨਾਂ ਨੂੰ ਛੁਡਵਾ ਨਾ ਸਕਿਆ। ਕਿਲੇ ਵਿੱਚ ਇੱਕ ਸਿੰਘ ਰਖਵਾਲੀ ਵਾਸਤੇ ਰਹਿੰਦਾ ਸੀ। ਉਹ ਨਿੱਤ ਗੁਰਬਾਣੀ ਪੜ੍ਹਦਾ ਸੀ। ਪਹਿਰਾ ਦਿੰਦਾ ਹੋਇਆ ਉਹ ਗੁਰਬਾਣੀ ਪੜ੍ਹਦਾ ਸੀ। ਬਾਲੇ ਰਾਏ ਉਸ ਨੂੰ ਕੰਨ ਦੇ ਕੇ ਸੁਣਦਾ ਸੀ। ਉਸਨੇ ਫਿਰ ਪੁੱਛਣ ਵਾਸਤੇ ਕਿਹਾ, ਤੁਸੀਂ ਕਿਸ ਦੀ ਬਾਣੀ ਪੜ੍ਹਦੇ ਰਹਿੰਦੇ ਹੋ? ਇਹ ਸੁਣ ਕੇ ਸਿੰਘ ਨੇ ਗੁਰੂ ਜੀ ਦੀ ਮਹਿਮਾ ਕਹੀ। ਉਹਨਾਂ ਵਰਗਾ ਬੰਦ ਖਲਾਸੀ ਕਰਨ ਵਾਲਾ ਹੋਰ ਕੋਈ ਨਹੀਂ ਹੈ। ਗਵਾਲੀਅਰ ਦੇ ਕਿਲੇ ਵਿੱਚ ਬਹੁਤ ਰਾਜੇ ਕੈਦ ਸਨ। ਉਹਨਾਂ ਨੂੰ ਜਿਉਂਦਿਆਂ
ਛੁਟਕਾਰੇ ਦੀ ਉਮੀਦ ਨਹੀਂ ਸੀ। ਇਸ ਪ੍ਰਕਾਰ ਰਾਜਪੂਤ ਰਾਜੇ ਛੁਡਵਾਏ ਸਨ। ਯਾਦ ਕਰਨ ਨਾਲ ਜਿੱਥੇ ਕਿੱਥੇ ਸਹਾਇਕ ਬਣਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਗੁਰੂ ਹਨ। ਅਬਚਲ ਨਗਰ ਵਿੱਚ ਜਿਨ੍ਹਾਂ ਦਾ ਸਥਾਨ ਹੈ, ਉਹ 10ਵੇਂ ਪਾਤਸ਼ਾਹ ਹੋਏ ਹਨ। ਉਹਨਾਂ ਨੇ ਜਗਤ ਵਿੱਚ ਸਿੰਘ ਪੰਥ ਦਾ ਨਿਰਮਾਣ ਕੀਤਾ ਹੈ। ਗੱਲਾਂ ਕਰਦਿਆਂ ਵੇਖ ਕੇ ਉੱਥੇ ਇੱਕ ਪਠਾਨ ਆ ਗਿਆ। ਉਸਨੇ ਸੁਣ ਕੇ ਗੁਰੂ ਜੀ ਦਾ ਸ੍ਰੇਸ਼ਟ ਜਸ ਉਚਾਰਨ ਕੀਤਾ। ਉਹ ਗੁਰੂ ਜੀ ਵੱਡੇ ਬਹਾਦਰ ਵੇਖੇ ਹਨ। ਉਹਨਾਂ ਨੇ ਚਮਕੌਰ ਅਤੇ ਅਨੰਦਪੁਰ ਵਿੱਚ ਯੁੱਧ ਕੀਤੇ ਹਨ। ਉੱਥੇ ਬਹੁਤ ਜ਼ੋਰ ਨਾਲ ਤੀਰ ਚਲਾਏ। ਇੱਕ ਇੱਕ ਤੀਰ ਨਾਲ 10-10 ਹਜ਼ਾਰ ਵੈਰੀ ਮਾਰ ਦਿੱਤੇ। ਕਰਾਮਾਤ ਦੇ ਵੱਡੇ ਧਨੀ ਹਨ। ਜੋ ਚਿੱਤ ਚਾਹੇ ਉਹ ਕਰਨ ਵਾਲੇ ਹਨ। 2-2 ਕੋਹਾਂ ਉੱਪਰ ਤੀਰ ਮਾਰ ਕੇ ਵੈਰੀ ਨੂੰ ਮਾਰ ਦਿੰਦੇ ਹਨ। 10 ਲੱਖ ਵੈਰੀ ਹਨ। ਇਕੱਲੇ ਜੰਗ ਮਚਾ ਦਿੰਦੇ ਹਨ। ਸਿੰਘ ਕਹਿਣ ਲੱਗਾ, ਮਨੁੱਖ ਦੀ ਕੈਦ ਕੀ ਚੀਜ਼ ਹੈ? ਗੁਰੂ ਜੀ ਤਾਂ ਜਮਾਂ ਦੀ ਫਾਂਸੀ ਵੀ ਕੱਟ ਦਿੰਦੇ ਹਨ। ਬਾਲੇ ਰਾਏ ਨੇ ਇਹ ਗੱਲ ਚਿੱਤ ਲਾ ਕੇ ਸੁਣੀ ਤਾਂ ਉਸ ਵਿੱਚ ਸ਼ਰਧਾ ਵਧੀ ਤੇ ਪ੍ਰੇਮ ਨਾਲ ਕਿਹਾ, ਹੇ ਸਿੰਘ ਜੀ, ਉੱਠ ਕੇ ਅਰਦਾਸ ਕਰੋ। ਜੇ ਸਾਡੀ ਵੀ ਬੰਦ ਖਲਾਸੀ ਕਰਵਾ ਦੇਣ ਤਾਂ ਅਸੀਂ ਗੁਰੂ ਜੀ ਦੇ ਚਰਨ ਕਮਲਾਂ ਦੀ ਬਹੁਤ ਸੇਵਾ ਕਰਾਂਗੇ। ਕੜਾਹ ਪ੍ਰਸ਼ਾਦ ਉਪਹਾਰ ਦੇ ਤੌਰ 'ਤੇ ਭੇਟ ਕਰਾਂਗਾ। ਸਿੰਘ ਨੇ ਸੁਣ ਕੇ ਅਰਦਾਸ ਕੀਤੀ ਤਾਂ ਬਾਲੇ ਰਾਏ ਸੁੱਖ ਦੇਣ ਵਾਲੇ ਨਾਮ ਦਾ ਸਿਮਰਨ ਕਰਨ ਲੱਗਾ। ਆਪਣੇ ਮਨ ਵਿੱਚ ਪਰਮ ਪ੍ਰੇਮ ਉਤਪੰਨ ਕੀਤਾ ਤੇ ਰਾਤ ਦਿਨ ਗੁਰੂ ਜੀ ਵਿੱਚ ਧਿਆਨ ਲਾਇਆ। ਅੱਧੀ ਰਾਤ ਨੂੰ ਜਦ ਹਿਰਦੇ ਵਿੱਚ ਗੁਰੂ ਜੀ ਦਾ ਸਿਮਰਨ ਕਰ ਰਿਹਾ ਸੀ ਤਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਥੇ ਪ੍ਰਗਟ ਹੋ ਗਏ। ਬਾਲੇ ਰਾਏ ਨੇ ਘੋੜੇ ਦੀ ਆਵਾਜ਼ ਸੁਣੀ ਤੇ ਉਸਨੇ ਉੱਠ ਕੇ ਤੁਰੰਤ ਉਸ ਪਾਸੇ ਆਪਣੇ ਨੈਣ ਲਾਏ। ਹੈਰਾਨ ਹੋ ਕੇ ਉਸਨੇ ਪੁੱਛਿਆ, ਦੱਸੋ ਤੁਸੀਂ ਕੌਣ ਹੋ? ਸਤਿਗੁਰੂ ਜੀ ਕਹਿਣ ਲੱਗੇ, ਜਿਨ੍ਹਾਂ ਦੀ ਆਰਾਧਨਾ ਕਰ ਰਿਹਾ ਹੈ ਉਹ ਹੁਣ ਤੇਰੀ ਸਹਾਇਤਾ ਕਰਨ ਵਾਸਤੇ ਪਹੁੰਚੇ ਹਨ। ਉੱਠੋ, ਹੁਣ ਦੇਰ ਨਾ ਲਾਓ। ਹੇ ਸਤਿਗੁਰੂ ਜੀ, ਮੇਰੇ ਪੈਰਾਂ ਵਿੱਚ ਬੇੜੀਆਂ ਪਈਆਂ ਹਨ। ਉਸ ਪ੍ਰਕਾਰ ਹੀ ਮੇਰਾ ਛੋਟਾ ਭਰਾ ਬੇੜੀਆਂ ਸਹਿਤ ਮੇਰੇ ਪਾਸ ਸੁੱਤਾ ਹੈ। ਸਤਿਗੁਰੂ ਜੀ ਨੇ ਕਿਹਾ, ਭਰਾ ਨੂੰ ਜਗਾਓ, ਉਹਦਾ ਸਾਥ ਨਾ ਹਟ ਜਾਵੇ। ਵਾਹਿਗੁਰੂ ਕਹੋ ਤਾਂ ਬੇੜੀਆਂ ਟੁੱਟ ਜਾਣਗੀਆਂ। ਸਤਿਗੁਰੂ ਜੀ ਪਾਸੋਂ ਸੁਣ ਕੇ ਉਸਨੇ ਆਪਣੇ ਭਰਾ ਨੂੰ ਜਗਾਇਆ ਤੇ ਵਾਹਿਗੁਰੂ ਦਾ ਨਾਮ ਲੈਣ ਨਾਲ ਸੰਗਲ ਟੁੱਟ ਗਏ। ਉੱਠ ਕੇ ਦੋਵੇਂ ਗੁਰੂ ਜੀ ਦੀ ਚਰਨੀ ਪੈ ਗਏ। ਧੰਨ ਗੁਰੂ ਜੀ, ਤੁਸੀਂ ਵੱਡਾ ਕਿਰਤਾਰਥ ਕੀਤਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਜਿਹੜੇ ਮੇਰੇ ਸਿੱਖ ਹਨ ਉਹ ਸ਼ਾਮ ਸਵੇਰੇ ਸਤਿਗੁਰੂ ਜੀ ਦਾ ਸਿਮਰਨ ਕਰਦੇ ਹਨ। ਮਨੁੱਖ ਤੋਂ ਬਚਾਉਣ ਦੀ ਕੀ ਕਹਾਣੀ ਹੈ? ਮੈਂ ਜਮਾਂ ਤੋਂ ਵੀ ਹੱਥ ਦੇ ਕੇ ਬਚਾ ਲੈਂਦਾ ਹਾਂ। ਹੁਣ ਦੋਵੇਂ ਪਾਸੇ ਤੁਸੀਂ ਖੜੇ ਹੋਵੋ। ਹੁਣ ਦੋਵਾਂ ਰਕਾਬਾਂ ਦੀ ਦੀਵਾਲ ਘੁੱਟ ਕੇ ਫੜੋ। ਚੌਕੀਦਾਰਾਂ ਨੂੰ ਜਗਾ ਦਿਓ। ਹੁਣ ਸਾਨੂੰ ਘੇਰ ਲਓ, ਫਿਰ ਵੀ ਅਸੀਂ ਚਲੇ ਜਾਵਾਂਗੇ। ਦੋਵਾਂ ਰਕਾਬਾਂ ਦੇ ਦੀਵਾਲ ਘੁੱਟ ਕੇ ਫੜ ਕੇ ਦੋਵੇਂ ਭਰਾ ਕਹਿਣ ਲੱਗੇ, ਹੁਣ ਸਾਡੇ ਗੁਰੂ ਜੀ ਸਹਾਇਕ ਹੋਏ ਹਨ। ਜੇ ਤੇਰੇ ਵਿੱਚ ਤਾਕਤ ਹੈ ਘੇਰ ਲਓ, ਨਹੀਂ ਤਾਂ ਅਸੀਂ ਆਪਣੇ ਡੇਰੇ ਪਹੁੰਚ ਜਾਵਾਂਗੇ। ਜਦ ਬੜੀ ਉੱਚੀ ਆਵਾਜ਼ ਵਿੱਚ ਚੌਕੀਦਾਰਾਂ ਨੇ ਸੁਣਿਆ ਤਾਂ ਉਹ ਜਾਗ ਪਏ। ਉੱਠ ਕੇ ਘੇਰਾ ਪਾ ਕੇ ਫੜਨ ਲੱਗੇ। ਤਦ ਸਤਿਗੁਰੂ ਜੀ ਨੇ ਘੋੜੇ ਨੂੰ ਪ੍ਰੇਰਿਆ। ਉਸ ਸਮੇਂ ਇੱਕ ਪੰਛੀ ਵਾਂਗ ਉੱਡ ਕੇ ਚਲੇ ਗਏ। ਵਿੰਧਿਆਚਲ ਪਰਬਤ ਵੱਲ 12 ਕੋਹ ਦੇ ਫਾਸਲੇ 'ਤੇ ਗਏ। ਦੀਵਾਲ ਛੁਡਵਾ ਕੇ ਸਤਿਗੁਰੂ ਜੀ ਕਹਿਣ ਲੱਗੇ, ਇਹਨਾਂ ਦਰਸ਼ਨਾਂ ਦਾ ਹੱਠ ਨਾ ਕਰੋ ਤੇ ਅਬਚਲ ਨਗਰ ਚਲੇ ਜਾਓ। ਜੋ ਕੁਝ ਵੀ ਅਰਪਣ ਕਰਨਾ ਚਾਹੁੰਦੇ ਹੋ ਉੱਥੇ ਅਰਪਣ ਕਰੋ, ਜਿੱਥੇ ਮੇਰੇ 5 ਸਿੰਘ ਹਨ। ਜਦ ਸ਼ਰਧਾ ਧਾਰ ਕੇ ਉਹਨਾਂ ਨੂੰ ਵੇਖੋਗੇ ਤਾਂ ਉਹ ਮੇਰਾ ਸਰੂਪ ਹੀ ਦਿਖਾਈ ਦੇਣਗੇ। ਆਪਣੀਆਂ ਕਾਮਨਾਵਾਂ ਪੂਰੀਆਂ ਕਰੋ, ਪੂਜਾ ਕਰੋ ਤੇ ਦਰਸ਼ਨ ਕਰੋ। ਇਸ ਪ੍ਰਕਾਰ ਕਹਿ ਕੇ ਸਤਿਗੁਰੂ ਜੀ ਅੰਤਰ ਧਿਆਨ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਾਇਕ ਬਣ ਕੇ ਬੰਦ ਖਲਾਸੀ ਕੀਤੀ। ਆਪਣੇ ਦਾਸਾਂ ਦੀ ਜਮਾਂ ਦੀ ਫਾਂਸੀ ਵੀ ਕੱਟ ਦਿੰਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।